ਥੋੜ੍ਹੇ ਵਕਫੇ ਤੋਂ ਬਾਅਦ ਹਾਜ਼ਰ ਹਾਂ ਦੋਸਤੋ। ਪਿਛਲੇ ਭਾਗ ਵਿੱਚ ਜਲੰਧਰ ਲਾਗੇ ਡੇਰੇ ਬੱਲਾਂ ਦੀ ਗੱਲ ਕੀਤੀ ਸੀ ਤਾਂ ਕਿਹਾ ਸੀ ਕਿ ਹੁਣ ਬਿਆਸ ਲਾਗੇ ਬਣੇ ਡੇਰੇ ਦੀ ਗੱਲ ਕਰਾਂਗੇ। ਬਿਆਸ ਦਾ ਨਾਂ ਲੈਂਦੇ ਹੀ ਲਗਭਗ ਸਾਰੇ ਸਮਝ ਹੀ ਗਏ ਹੋਣੇ ਕਿ ਮੈਂ ਕਿਹੜੇ ਡੇਰੇ ਦੀ ਗੱਲ ਕਰ ਰਿਹਾ ਹਾਂ। ਬਿਆਸ ਪੰਜਾਬ ਵਿੱਚ ਬਾਕੀ ਬਚੇ 3 ਦਰਿਆਵਾਂ ਸਤਲੁਜ, ਬਿਆਸ ਅਤੇ ਰਾਵੀ ਵਿੱਚੋਂ ਇੱਕ ਦਰਿਆ ਹੈ। ਬਿਆਸ ਜਲੰਧਰ ਤੋਂ ਅੰਮ੍ਰਿਤਸਰ ਲਗਭਗ ਅਧਵਾਟੇ ਇੱਕ ਕਸਬੇ ਦਾ ਨਾਂ ਵੀ ਹੈ। ਇਸ ਕਸਬੇ ਅਤੇ ਦਰਿਆ ਨਾਲੋਂ ਵੱਧ ਸ਼ੋਹਰਤ ਹੁਣ ਇੱਥੇ ਬਣੇ ਇੱਕ ਡੇਰੇ ਕਰਕੇ ਹੈ। ਇਹ ਡੇਰਾ ਹੈ ਰਾਧਾ ਸੁਆਮੀ ਮੱਤ ਦਾ ਡੇਰਾ, ਡੇਰਾ ਜੈਮਲ ਸਿੰਘ। ਹੁਣ ਤੇ ਲਗਭਗ ਸਾਰਿਆਂ ਲਈ ਤੇ ਖਾਸ ਕਰ ਦੇਸ਼ ਪ੍ਰਦੇਸ਼ ਤੋਂ ਆਉਣ ਵਾਲਿਆਂ ਲਈ ਬਿਆਸ ਮਤਲਬ ਇੱਥੇ ਬਣਿਆ ਹੋਇਆ ਰਾਧਾ ਸੁਆਮੀਆਂ ਦਾ ਡੇਰਾ ਹੀ ਹੁੰਦਾ ਹੈ। ਆਪਾਂ ਗੱਲ ਕਰ ਰਹੇ ਹਾਂ ਪੰਜਾਬ ਦੀ, ਤਾਂ ਪੰਜਾਬ ਵਿੱਚ ਇਸ ਡੇਰੇ ਦੀ ਸਭ ਤੋਂ ਵੱਧ ਪਕੜ ਹੈ। ਸ਼ਾਇਦ ਹੋ ਸਕਦਾ ਹੈ ਮੈਂ ਗਲਤ ਵੀ ਹੋਵਾਂ। ਮੈਨੂੰ ਨਹੀਂ ਲੱਗਦਾ ਕਿ ਪੂਰੇ ਪੰਜਾਬ ਵਿੱਚ ਕੋਈ ਵੀ ਇਹੋ ਜਿਹਾ ਸ਼ਹਿਰ ਜਾਂ ਕਸਬਾ ਹੋਣਾ ਜਿੱਥੇ ਇਹਨਾਂ ਦਾ ਸਤਸੰਗ ਘਰ ਨਾ ਬਣਿਆ ਹੋਵੇ। ਵੋਟਾਂ ਨੇੜੇ ਆਉਂਦੇ ਤਾਂ ਲਗਭਗ ਸਾਰੀਆਂ ਰਾਜਸੀ ਪਾਰਟੀਆਂ ਦੇ ਟੋਪ ਦੇ ਲੀਡਰ ਡੇਰੇ ਮੁਖੀ ਨਾਲ ਗੱਲ ਬਾਤ ਕਰਨ ਇੱਥੇ ਆ ਰਾਧਾ ਸੁਆਮੀ ਨਾਮਲੇਵਾ ਸੰਗਤਾਂ ਨੂੰ ਸੁਨੇਹਾ ਦੇਣ ਦੀ ਕੋਸ਼ਿਸ਼ ਕਰਦੇ ਹਨ ਕਿ ਉਹ ਡੇਰੇ ਦੇ ਕਿੰਨੇ ਨੇੜੇ ਹਨ। ਨੇੜੇ ਤੋਂ ਮਤਲਬ ਸੰਦੇਸ਼ ਹੁੰਦਾ ਹੈ ਕਿ ਉਹ ਡੇਰੇ ਦੇ ਖਿਲਾਫ ਧਿਰ 'ਚ ਨਹੀਂ, ਸਗੋਂ ਸਮਰਥਕ ਜਾਂ ਸ਼ਰਧਾਲੂ ਧਿਰ ਵਿੱਚ ਹਨ। ਇਹ ਡੇਰਾ ਪੰਜਾਬ ਹੀ ਨਹੀਂ ਸਗੋਂ ਉੱਤਰੀ ਭਾਰਤ ਦਾ ਇੱਕ ਬਹੁਤ ਵੱਡਾ ਅਤੇ ਪੁਰਾਣਾ ਡੇਰਾ ਹੈ। ਸ਼ਰਧਾਲੂਆਂ ਦੀ ਗਿਣਤੀ ਦੇ ਲਿਹਾਜ਼ ਨਾਲ ਵੀ। ਚਲੋ ਹੁਣ ਡੇਰੇ ਬਾਰੇ ਕੁਝ ਜਾਣਕਾਰੀ ਲੈ ਲੈਂਦੇ ਹਾਂ। ਇਸ ਡੇਰੇ ਦਾ ਮੁੰਡ ਬੰਨਿਆ ਸੀ ਬਾਬਾ ਜੈਮਲ ਸਿੰਘ ਨੇ। ਇਹ ਗੱਲਾਂ 1890 ਈਸਵੀ ਦੇ ਦੌਰ ਦੀਆਂ ਹਨ, ਜਦੋਂ ਪੰਜਾਬ ਭਾਰਤ ਅੰਗਰੇਜ਼ਾਂ ਦਾ ਗੁਲਾਮ ਹੁੰਦਾ ਸੀ। ਇਹਨਾਂ ਦੇ ਨਾਂ ਤੇ ਹੀ ਰਾਧਾ ਸੁਆਮੀ ਮੱਤ ਦਾ ਡੇਰਾ ਬਿਆਸ ਚੱਲ ਰਿਹਾ ਹੈ। ਇਹਨਾਂ ਬਾਰੇ ਕੁਝ ਰੋਚਕ ਗੱਲਾਂ ਤੋਂ ਜਾਣੂ ਹੋ ਲੈਂਦੇ ਹਾਂ। ਪਹਿਲਾਂ ਬਟਾਲੇ ਦੇ ਪਿੰਡ ਵਿੱਚ ਜੋਧ ਸਿੰਘ ਦੇ ਘਰੇ ਜੈਮਲ ਸਿੰਘ ਦਾ ਜਨਮ ਹੋਇਆ। ਇਹ ਘੁਮਾਣ ਉਹੀ ਮਸ਼ਹੂਰ ਪਿੰਡ ਹੈ ਜਿੱਥੇ ਭਗਤ ਨਾਮਦੇਵ ਜੀ ਦਾ ਡੇਰਾ ਹੈ। ਇਹ ਜੱਟ ਪਰਿਵਾਰ ਨਾਲ ਸੰਬੰਧਿਤ ਸਨ। ਪਰਿਵਾਰ ਖੇਤੀਬਾੜੀ ਕਰਦਾ ਸੀ। ਇਹ ਥੋੜ੍ਹੇ ਵੱਡੇ ਹੋ ਕੇ ਫੌਜ ਵਿੱਚ ਭਰਤੀ ਹੋ ਗਏ। 1857 ਦੇ ਵਿਦਰੋਹ ਵੇਲੇ ਵਿਦਰੋਹ ਦਬਾਉਣ ਲਈ ਜਿਹੜੀ ਅੰਗਰੇਜ਼ਾਂ ਵੱਲੋਂ ਸਿੱਖ ਫੌਜ ਦੀ ਟੁਕੜੀ ਆਗਰੇ ਤੈਨਾਤ ਕੀਤੀ ਗਈ ਸੀ, ਇਹ ਉਸ ਵਿੱਚ ਹਵਾਲਦਾਰ ਸਨ। ਯਾਦ ਰੱਖੋ 1857 ਦੇ ਵਿਦਰੋਹ ਵੇਲੇ ਸਿੱਖ ਫੌਜਾਂ ਅੰਗਰੇਜ਼ਾਂ ਵੱਲੋਂ ਲੜੀਆਂ ਸਨ। ਇੱਥੇ ਹੀ ਆਗਰੇ ਤੈਨਾਤੀ ਦੌਰਾਨ ਉਹ ਸਵਾਮੀ ਸ਼੍ਰੀ ਸ਼ਿਵ ਦਿਆਲ ਜੀ ਦੇ ਸੰਪਰਕ ਵਿੱਚ ਆਏ।
ਸੁਆਮੀ ਸ਼ਿਵ ਦਿਆਲ ਸਿਰੋਮੋਣੇ ਸਨ, ਪਰ ਬਾਣੀ ਦੇ ਡੂੰਘੇ ਅਰਥਾਂ ਦੀ ਬੜੀ ਸਮਝ ਰੱਖਦੇ ਸਨ। ਇਹਨਾਂ ਦੇ ਪੁਰਖੇ ਪਿੱਛੋਂ ਪੰਜਾਬ ਦੇ ਦੱਸੇ ਜਾਂਦੇ ਸਨ। ਰਾਧਾ ਸੁਆਮੀ ਮੱਤ ਦੀ ਸ਼ੁਰੂਆਤ ਇਹਨਾਂ ਸੁਆਮੀ ਸ਼ਿਵ ਦਿਆਲ ਵੱਲੋਂ ਹੀ ਸ਼ੁਰੂ ਕੀਤੀ ਗਈ ਸੀ। ਇਹਨਾਂ ਦੀ ਮੌਤ ਤੋਂ ਬਾਅਦ ਗੱਦੀ ਤੇ ਰਾਏ ਸਾਲਗਰਾਮ ਬੈਠੇ। ਇੱਧਰ ਜੈਮਲ ਸਿੰਘ ਫੌਜ ਵਿੱਚੋਂ ਰਿਟਾਇਰ ਹੋ 1891 ਦੇ ਲਾਗੇ ਅੰਮ੍ਰਿਤਸਰ ਜ਼ਿਲ੍ਹੇ ਦੇ ਕਸਬੇ ਬਿਆਸ ਵਿੱਚ ਦਰਿਆ ਕੰਢੇ ਆ ਟਿਕਾਣਾ ਕਰ ਭਜਨ ਬੰਦਗੀ ਕਰਨ ਲੱਗੇ। ਇਹ ਥਾਂ ਪਿੰਡ ਵੜੈਚ ਤੇ ਬਲਸਰਾਂ ਦੇ ਨਜ਼ਦੀਕ ਸੀ। ਪਿੰਡ ਬਲਸਰਾਂ ਦੇ ਵਸਨੀਕ ਸਿੱਖਾਂ ਨੇ ਹੀ ਇੱਥੇ ਪਹਿਲੀ ਵਾਰ 11 ਕਨਾਲ 16 ਮਰਲੇ ਥਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਕਰ ਉਹਨਾਂ ਨੂੰ ਧਰਮਸ਼ਾਲਾ ਵਗੈਰਾ ਬਣਾਉਣ ਲਈ ਦਿੱਤੀ। ਉਹਨਾਂ ਦੀਆਂ ਨਜ਼ਰਾਂ ਵਿੱਚ ਬਾਬਾ ਜੈਮਲ ਸਿੰਘ ਜੱਟ ਸਿੱਖ ਸਾਧ ਸਨ। ਇਹ ਗੱਲ 14 ਜੂਨ 1897 ਦੀ ਹੈ। ਇਹਨਾਂ ਦੀ ਮੌਤ 1933 ਈਸਵੀ ਵਿੱਚ ਹੋਈ। ਹੁਣਾਂ ਤੋਂ ਬਾਅਦ ਫਿਰ ਇੱਥੇ ਸਾਵਨ ਸਿੰਘ ਜੀ ਨੂੰ ਗੱਦੀ ਤੇ ਬਿਠਾਇਆ ਗਿਆ। ਇਹ ਵੀ ਜੱਟਾਂ ਵਿੱਚੋਂ ਸਨ। ਪਿਤਾ ਦਾ ਨਾਂ ਕਾਬਲ ਸਿੰਘ ਗਰੇਵਾਲ ਸੀ। ਪਿੰਡ ਮਹਿਮਾ ਸਿੰਘ ਵਾਲਾ ਸੀ, ਲੁਧਿਆਣੇ ਜ਼ਿਲ੍ਹੇ ਦਾ। ਇਹਨਾਂ ਰੁੜਕੀ ਕਾਲਜ ਚੋਂ ਸਿਵਲ ਦਾ ਡਿਪਲੋਮਾ ਕੀਤਾ ਹੋਇਆ ਸੀ ਅਤੇ MES ਵਿੱਚ ਓਵਰਸੀਅਰ ਸਨ। ਇਹ SDO ਦੇ ਪਦ ਤੋਂ ਰਿਟਾਇਰ ਹੋਏ। ਲੋਕ ਸਤਿਕਾਰ ਨਾਲ ਇਹਨਾਂ ਨੂੰ ਬਾਬੂ ਜੀ ਵੀ ਕਹਿੰਦੇ ਸਨ। ਇਹਨਾਂ 2 ਪੁਸਤਕਾਂ ਵੀ ਲਿਖੀਆਂ ਸਨ। ਇੱਕ ਸ਼ਬਦ ਦੀ ਮਹਿਮਾ ਦੇ ਸ਼ਬਦ ਅਤੇ ਦੂਜੀ ਗੁਰਮਤਿ ਸਿਧਾਂਤ। 2 ਅਪ੍ਰੈਲ 1948 ਵਿੱਚ ਇਹਨਾਂ ਦਾ ਦੇਹਾਂਤ ਹੋ ਗਿਆ। ਇਹਨਾਂ ਤੋਂ ਬਾਅਦ ਲੈਲਪੁਰ ਐਗਰੀਕਲਚਰਲ ਕਾਲਜ ਦੇ ਰਿਟਾਇਰ ਪ੍ਰੋਫੈਸਰ ਜਗਤ ਸਿੰਘ ਬਿਆਸ ਡੇਰੇ ਦੀ ਗੱਦੀ ਤੇ ਬੈਠੇ। ਇਹ ਵੀ ਜੱਟ ਸਿੱਖ ਸਨ। ਈਸਵੀ ਵਿੱਚ ਇਹਨਾਂ ਦੀ ਮੌਤ ਹੋ ਗਈ। ਫਿਰ ਪਹਿਲਾਂ ਮੁਖੀ ਰਹਿ ਚੁੱਕੇ ਸਾਵਨ ਸਿੰਘ ਜੀ ਦੇ ਪੋਤੇ ਸਰਦਾਰ ਚਰਨ ਸਿੰਘ ਗਰੇਵਾਲ ਗੱਦੀ ਤੇ ਬੈਠੇ। ਇਹਨਾਂ ਦਾ ਜਨਮ 12 ਦਸੰਬਰ 1916 ਨੂੰ ਮੋਗੇ ਵਿਖੇ ਹੋਇਆ। ਇਹ ਇੱਕ ਵਕੀਲ ਸਨ। 1957 ਵਿੱਚ 30 ਏਕੜ ਰਕਬੇ ਵਾਲਾ ਕਾਨੂੰਨ ਲਾਗੂ ਹੋਇਆ ਤਾਂ ਇਹਨਾਂ ਵੇਲੇ ਹੀ ਪਹਿਲੀ ਵਾਰ ਰਾਧਾ ਸੁਆਮੀ ਸਤਸੰਗ ਬਿਆਸ ਸੁਸਾਇਟੀ ਬਣਾਈ ਗਈ। ਇਹਨਾਂ ਸਮੇਂ ਹੀ ਸ਼ਾਇਦ ਪਹਿਲੀ ਵਾਰ ਡੇਰੇ ਵਿੱਚ ਧਨ ਸੰਪਤੀ ਦਾ ਰੌਲਾ ਜਗ ਜ਼ਾਹਰ ਹੋਇਆ ਸੀ। ਸਿਰਸਾ ਜ਼ਿਲ੍ਹੇ ਦੇ ਪਿੰਡ ਸਿਕੰਦਰਪੁਰ ਵਿੱਚ ਬਾਬਾ ਸਾਵਨ ਸਿੰਘ ਜੀ ਵੱਲੋਂ ਬਣਾਈ ਗਈ ਜ਼ਮੀਨ ਜਾਇਦਾਦ ਨੂੰ ਪੂਜਾ ਚੜਾਵੇ ਤੋਂ ਬਣਾਈ ਜਾਇਦਾਦ ਕਹਿ ਨਿੱਜੀ ਸੰਪਤੀ ਦੱਸਣ ਦਾ ਵਿਰੋਧ ਹੋਇਆ, ਪਰ ਅੰਤ ਉਹ ਉਹਨਾਂ ਦੀ ਨਿੱਜੀ ਜਾਇਦਾਦ ਹੀ ਰਹੀ। ਚਰਨ ਸਿੰਘ ਜੀ ਨੇ 1 ਜੂਨ 1990 ਵਿੱਚ ਸਰੀਰ ਛੱਡਿਆ। ਉਹਨਾਂ ਤੋਂ ਬਾਅਦ ਹੁਣ ਇਸ ਵੇਲੇ ਸਰਦਾਰ ਗੁਰਵਿੰਦਰ ਸਿੰਘ ਜੀ ਢਿੱਲੋਂ ਗੱਦੀ ਤੇ ਹਨ। ਇਹ ਪਿਛਲੇ ਮੁਖੀ
ਸਰਦਾਰ ਚਰਨ ਸਿੰਘ ਜੀ ਦੇ ਪੋਤੇ ਹਨ। ਜ਼ਾਹਰ ਹੈ ਜੱਟਾਂ ਵਿੱਚੋਂ ਹੀ ਹਨ। ਇਹਨਾਂ ਦਾ ਜਨਮ ਮੋਗੇ ਵਿੱਚ ਸਰਦਾਰ ਗੁਰਮੁਖ ਸਿੰਘ ਢਿੱਲੋਂ ਦੇ ਘਰ 1 ਅਗਸਤ 1954 ਈਸਵੀ ਵਿੱਚ ਹੋਇਆ। ਇਹਨਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ B.Com ਦੀ ਸਿੱਖਿਆ ਪ੍ਰਾਪਤ ਕੀਤੀ ਹੈ। ਇਹਨਾਂ ਦੇ ਦੋਵੇਂ ਪੁੱਤਰ UK ਮਤਲਬ ਇੰਗਲੈਂਡ ਵਿੱਚ ਰਹਿ ਰਹੇ ਹਨ ਅੱਜ ਕੱਲ੍ਹ। ਇਹ ਡੇਰੇ ਦੇ ਸਭ ਤੋਂ ਛੋਟੀ ਉਮਰ ਵਿੱਚ ਮੁਖੀ ਬਣਨ ਵਾਲਿਆਂ ਵਿੱਚੋਂ ਸਨ। ਉਸ ਵੇਲੇ ਇਹਨਾਂ ਦੀ ਉਮਰ 36 ਸਾਲ ਦੇ ਕਰੀਬ ਸੀ। ਡੇਰੇ ਵਿੱਚ ਸਾਲ ਦੇ ਹਰ ਮਹੀਨੇ ਭੰਡਾਰਾ ਹੁੰਦਾ ਹੈ, ਜਿਸ ਵਿੱਚ ਸੰਗਤ ਜੁੜਦੀ ਹੈ ਲੱਖਾਂ ਦੀ ਗਿਣਤੀ ਵਿੱਚ ਪੰਜਾਬ ਅਤੇ ਦੇਸ਼ ਵਿਦੇਸ਼ਾਂ ਤੋਂ। ਡੇਰਾ ਬਿਆਸ ਫਿਲਹਾਲ ਇੱਕ ਸੰਸਥਾ ਵਾਂਗ ਹੈ ਜੋ ਲੋਕਾਂ ਵਿੱਚ ਅੰਦਰੂਨੀ ਰੂਹਾਨੀ ਧਾਰਮਿਕ ਸਿੱਖਿਆਵਾਂ ਦੇਣ ਦੇ ਕੇਂਦਰ ਵਜੋਂ ਕੰਮ ਕਰਦੀ ਹੈ। ਇਹ ਸਿੱਖਿਆਵਾਂ ਸਿਰਫ ਸਿੱਖ ਫਲਸਫੇ 'ਤੇ ਆਧਾਰਿਤ ਨਾ ਹੋ ਕੇ ਹਿੰਦੂ, ਮੁਸਲਿਮ ਤੇ ਸੂਫੀ ਮਤ ਦੀਆਂ ਵੀ ਹੁੰਦੀਆਂ ਹਨ। ਡੇਰੇ ਵੱਲੋਂ ਛਪੀਆਂ ਪੁਸਤਕਾਂ ਇਸ ਦੀ ਪ੍ਰੋੜਤਾ ਕਰਦੀਆਂ ਹਨ। ਇੱਥੇ ਆਉਣ ਵਾਲਿਆਂ ਲਈ ਇਹ ਇੱਕ ਰੂਹਾਨੀ ਕੇਂਦਰ ਵਾਂਗ ਹੈ। ਡੇਰਾ ਪ੍ਰਮੁੱਖ ਤੌਰ 'ਤੇ ਵੈਜੀਟੇਰੀਅਨ ਡਾਈਟ ਮਤਲਬ ਸ਼ਾਕਾਹਾਰ 'ਤੇ ਜ਼ੋਰ ਦਿੰਦਾ ਹੈ ਅਤੇ ਨਸ਼ਿਆਂ ਤੋਂ ਦੂਰੀ ਦੀ ਆਵਾਜ਼ ਲਗਾਉਂਦਾ ਹੈ। ਇਸ ਡੇਰੇ ਬਾਰੇ ਬਹੁਤ ਕੁਝ ਹੈ ਜੋ ਫਿਲਹਾਲ ਇੱਕ ਭਾਗ ਵਿੱਚ ਸਮੇਟਣਾ ਸੌਖਾ ਨਹੀਂ। ਹੁਣ ਦੂਜੇ ਭਾਗ ਵਿੱਚ ਡੇਰੇ ਬਾਰੇ ਪੋਜ਼ਿਟਿਵ ਅਤੇ ਨਕਾਰਾਤਮਕ ਦੋਵੇਂ ਤਰ੍ਹਾਂ ਦੀਆਂ ਗੱਲਾਂ ਕਰਾਂਗੇ। ਇਹ ਪਹਿਲੇ ਹੀ ਦੱਸ ਚੁੱਕਾ ਹਾਂ ਕਿ ਨਕਾਰਾਤਮਕ ਪੱਖ ਨਿੰਦਿਆ ਲਈ ਨਹੀਂ ਅਤੇ ਸਕਾਰਾਤਮਕ ਪੱਖ ਪ੍ਰਚਾਰ ਲਈ ਨਹੀਂ ਦੱਸੇ ਜਾਣਗੇ। ਬਸ ਦੋਵੇਂ ਤਰ੍ਹਾਂ ਦੇ ਸਮਾਜ ਵਿੱਚ ਪ੍ਰਚਲਿਤ ਸੱਚ ਤੁਹਾਡੇ ਮੂਹਰੇ ਰੱਖਣ ਦੀ ਕੋਸ਼ਿਸ਼ ਹੋਵੇਗੀ। ਜੇ ਵੀਡੀਓ ਜਾਣਕਾਰੀ ਭਰਪੂਰ ਲੱਗੀ ਹੋਵੇ ਤਾਂ ਸਬਸਕ੍ਰਾਈਬ ਜ਼ਰੂਰ ਕੀਤਾ ਜਾਵੇ। ਧੰਨਵਾਦ।